ਵੈਲਕਮ ਟੂ ਸਕਸ਼ਮ ਭਾਰਤੀ ਵੈਲਫੇਅਰ ਸੋਸਾਇਟੀਜ਼ यूट्यूब ਚੈਨਲ। ਅੱਜ ਦਾ ਸਾਡਾ ਟੌਪਿਕ ਹੈ ਆਮ ਆਦਮੀ ਨੂੰ ਤਾਕਤਵਰ ਕਿਵੇਂ ਕੀਤਾ ਜਾ ਸਕਦਾ ਹੈ ਤੇ ਸਾਡੀ ਸੋਸਾਇਟੀ ਆਮ ਆਦਮੀ ਨੂੰ ਤਾਕਤਵਰ ਕਰਨ ਲਈ ਕਿਵੇਂ ਕੰਮ ਕਰ ਰਹੀ ਹੈ। ਕੋਈ ਟਾਈਮ ਹੁੰਦਾ ਸੀਗਾ ਜਦੋਂ ਕਿਹਾ ਜਾਂਦਾ ਸੀ ਕਿ ਸੱਤਾ ਬੰਦੂਕ ਦੀ ਨਾਲੀ ਦੇ ਵਿੱਚੋਂ ਨਿਕਲਦੀ ਹੈ, ਪਰ ਅੱਜ ਦੇ ਸਮੇਂ ਵਿੱਚ ਸੈਕੰਡ ਵਰਲਡ ਵਾਰ ਤੋਂ ਬਾਅਦ ਸੱਤਾ ਬੰਦੂਕ ਦੀ ਨਲੀ ਦੇ ਵਿੱਚੋਂ ਨਿਕਲਣਾ ਬੰਦ ਹੋ ਕੇ ਪੂੰਜੀਪਤੀਆਂ ਦੀ ਤਿਜੋਰੀ ਵਿੱਚੋਂ ਨਿਕਲਣ ਲੱਗ ਗਈ ਹੈ। ਤੇ ਜਦੋਂ ਸੱਤਾ ਪੂੰਜੀਪਤੀ ਦੀ ਤਿਜੋਰੀ ਦੇ ਵਿੱਚੋਂ ਨਿਕਲਦੀ ਹੈ ਤਾਂ ਅਜਿਹੀ ਸੱਤਾ ਦੇ ਵਿੱਚ ਕੋਲੋਂ ਆਮ ਆਦਮੀ ਨੂੰ ਕੋਈ ਉਮੀਦ ਨਹੀਂ ਕਰਨੀ ਚਾਹੀਦੀ। ਰੀਜ਼ਨ, ਜੋ ਆਦਮੀ ਪੈਸਾ ਖਰਚ ਕੇ ਜਾਂ ਕੋਈ ਵੀ ਸਰਕਾਰ ਕਿਸੇ ਦੇ ਪੈਸੇ ਦੇ ਦਮ ਤੇ ਪਾਵਰ ਵਿੱਚ ਆਉਂਦੀ ਹੈ ਤਾਂ ਉਹਦਾ ਪਹਿਲਾ ਫਰਜ਼, ਉਹਦੀ ਪਹਿਲੀ ਲਾਇਲਟੀ ਉਸ ਪੂੰਜੀਪਤੀ ਵੱਲ ਹੋਏਗੀ, ਨਾ ਕਿ ਤੁਹਾਡੇ ਵੱਲ, ਨਾ ਆਮ ਜਨਤਾ ਵੱਲ ਜੋ ਉਹਨੂੰ ਵੋਟ ਦੇ ਰਹੀ ਹੈ। ਕੋਈ ਵੀ ਪਾਲਿਸੀ ਫਿਰ ਡਿਜ਼ਾਈਨ ਹੋਏਗੀ ਤਾਂ ਉਸ ਪੂੰਜੀਪਤੀ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਕੀਤੀ ਜਾਵੇਗੀ, ਨਾ ਕਿ ਆਮ ਜਨਤਾ ਨੂੰ। ਇਹਦੀ ਐਗਜ਼ਾਮਪਲ ਪੈਟਰੋਲੀਅਮ ਸਾਨੂੰ ਸਾਰਿਆਂ ਨੂੰ ਪਤਾ ਹੈ। ਨਵੀਂ ਸਰਕਾਰ ਦੇ ਆਉਣ ਦਾ ਸਭ ਤੋਂ ਪਹਿਲਾਂ ਕੰਮ ਕੀ ਕੀਤਾ ਗਿਆ, ਨਵੀਂ ਸਰਕਾਰ ਜਦੋਂ ਹਿੰਦੁਸਤਾਨ ਦੇ ਵਿੱਚ ਆਈ ਹੈ ਤਾਂ ਉਹਨਾਂ ਨੇ ਸਭ ਤੋਂ ਪਹਿਲੇ ਪੈਟਰੋਲ ਨੂੰ ਕੰਟਰੋਲ ਕੀਤਾ ਕਿ ਉਹ ਪੈਟਰੋਲ ਦੇ ਪ੍ਰਾਈਸ ਦਾ ਜੋ ਤੈਅ ਕਰਨ ਦਾ ਹੱਕ ਸੀ ਉਹ ਕੰਪਨੀਆਂ ਨੂੰ ਦਿੱਤਾ ਗਿਆ, ਜੋ ਪ੍ਰਾਈਵੇਟ ਕੰਪਨੀਆਂ ਪੈਟਰੋਲੀਅਮ ਦੇ ਬਿਜ਼ਨਸ ਵਿੱਚ ਨੇ। ਹੁਣ ਇੰਡੀਆ ਦੀ ਸਭ ਤੋਂ ਵੱਡੀ ਰਿਫਾਈਨਰੀ ਤੁਸੀਂ ਸਾਰੇ ਜਾਣਦੇ ਹੋ ਕਿ ਕਿਸ ਪੂੰਜੀਪਤੀ ਘਰਾਣੇ ਦੀ ਹੈ ਤੇ ਉਹਦੀ ਟੋਟਲ ਇਨਕਮ ਦਾ 60% ਪੈਟਰੋਲੀਅਮ ਪਦਾਰਥਾਂ ਤੋਂ ਆਉਂਦਾ ਹੈ। ਤੇ ਹੁਣ ਤੁਸੀਂ ਦੇਖੋ ਕਿ ਤੁਸੀਂ ਜਿਹੜਾ 100 ਰੁਪਏ ਲੀਟਰ ਪੈਟਰੋਲ ਖਰੀਦ ਰਹੇ ਹੋ, ਉਹ ਦੇ ਰੇਟ ਵਧਣ ਦੇ ਨਾਲ ਉਸ ਆਦਮੀ ਦੀ ਪੂੰਜੀ ਕਿੰਨੀ ਤੇਜ਼ੀ ਨਾਲ ਗਰੋ ਹੋਈ ਹੈ ਤੇ ਉਹ ਕਿੰਨਵੇਂ ਨੰਬਰ ਦਾ ਦੁਨੀਆ ਦਾ ਤੇ ਕਿੰਨਵੇਂ ਨੰਬਰ ਦਾ ਹਿੰਦੁਸਤਾਨ ਦਾ ਅਮੀਰ ਆਦਮੀ ਬਣਿਆ ਹੈ। ਮਤਲਬ ਅੱਜ ਕੱਲ੍ਹ ਸੱਤਾ ਤਿਜੋਰੀ ਦੇ ਵਿੱਚੋਂ ਨਿਕਲਦੀ ਹੈ ਤੇ ਉਹ ਤਿਜੋਰੀ ਨੂੰ ਹੋਰ ਵੱਡਾ ਕਰਨ ਦਾ ਕੰਮ ਕਰਦੀ ਹੈ। ਹੁਣ ਆਮ ਆਦਮੀ ਇਹੋ ਜਿਹੇ ਟਾਈਮ ਵਿੱਚ ਕੀ ਕਰੇਗਾ? ਇੱਕ ਪਾਸੇ ਕਰੋੜਾਂ ਬੰਦਾ ਜਿਹੜਾ ਗੁਰਬਤ ਦਾ ਸ਼ਿਕਾਰ ਹੈ, ਇੱਕ ਪਾਸੇ ਕੁਝ ਇੱਕ ਪੂੰਜੀਪਤੀ ਨੇ ਜਿਨ੍ਹਾਂ ਕੋਲ ਪੈਸੇ ਦੀ ਤਾਕਤ ਹੈ ਤੇ ਪੈਸੇ ਦੀ ਤਾਕਤ ਦੇ ਉੱਤੇ ਉਹ ਇਹੋ ਜਿਹੇ ਕੰਮ ਸਰਕਾਰ ਤੋਂ ਕਰਾਉਣ 'ਚ ਸਫਲ ਹੋ ਜਾਂਦੇ ਨੇ ਜਿਨ੍ਹਾਂ ਦਾ ਨੁਕਸਾਨ ਕੀ ਆਮ ਜਨਤਾ ਨੂੰ ਹੁੰਦਾ ਹੈ। ਇਹਨਾਂ ਦੇ ਨਾਲ ਲੜਨ ਵਾਸਤੇ ਆਮ ਆਦਮੀ ਉਨੀ ਪੂੰਜੀ ਇੱਕ ਆਦਮੀ ਤਾਂ ਇਕੱਠਾ ਨਹੀਂ ਕਰ ਸਕਦਾ, ਚਾਹੇ ਸਾਰੀ ਉਮਰ ਉਹ ਲੱਗਾ ਰਵੇ। ਲੱਗੇ ਵੀ ਰਹਿੰਦੇ ਆ, ਉਹੀ ਜੋ ਮੈਂ ਆਪਣੀ ਪਿਛਲੀ ਵੀਡੀਓ 'ਚ ਕਿਹਾ ਸੀ ਕਿ ਆਮ ਆਦਮੀ ਨੂੰ ਰੋਟੀ ਕੱਪੜੇ ਮਕਾਨ ਤੋਂ ਬਾਹਰ ਹੀ ਨਹੀਂ ਨਿਕਲਣ ਦਿੱਤਾ ਜਾਂਦਾ। ਪਰ ਜੇ ਆਪਣੇ ਕੋਲ ਓਪਰਚੁਨਿਟੀਜ਼ ਨੇ, ਓਪਰਚੁਨਿਟੀਜ਼ ਬਹੁਤ ਸਾਰੀਆਂ ਆਉਂਦੀਆਂ ਨੇ ਜਿਨ੍ਹਾਂ ਨੂੰ ਕਿ ਦਬਾ ਲਿਆ ਜਾਂਦਾ, ਉਹ ਚਲੀਆਂ ਜਾਂਦੀਆਂ ਨੇ ਸਾਰੇ। ਮਤਲਬ ਕਿ ਅਗਰ ਇੱਕ ਨਦੀ ਹੈ ਤਾਂ ਨਦੀ ਦੇ ਸਾਰੇ ਨੱਕੇ ਇੱਕ ਹੀ ਪਾਸੇ ਨੂੰ ਮੋੜੇ ਗਏ ਨੇ, ਉਹਨਾਂ ਨੱਕਿਆਂ ਨੂੰ ਖੋਲ੍ਹਣ ਦਾ ਸਾਧਨ ਪੈਸਾ ਹੈ। ਸਾਨੂੰ ਉਸ ਤਰ੍ਹਾਂ ਦੀ ਇੱਕ ਸੁਸਾਇਟੀ ਤਿਆਰ ਕਰਨੀ ਹੈ, ਉਸ ਤਰ੍ਹਾਂ ਨਾਲ ਇਕੱਠਾ ਹੋਣਾ ਹੈ ਕਿ ਇੱਕ ਬਹੁਤ ਛੋਟੀ ਜਿਹੀ ਅਮਾਊਂਟ ਅਸੀਂ ਐਵਰੀ ਮੰਥ ਆਪਣੀ ਪੋਕਟ ਵਿੱਚੋਂ ਕੱਢ ਕੇ ਇੱਕ ਅਜਿਹੀ ਤਿਜੋਰੀ ਦੇ ਵਿੱਚ ਰੱਖੀ ਜਾਵੇ ਜਿਹੜੀ ਕਿ ਸਾਡੇ ਭਲੇ ਲਈ ਖੁੱਲ੍ਹੇ, ਤੇ ਉਹ ਤਿਜੋਰੀ 'ਚੋਂ ਨਿਕਲ ਕੇ ਜਿਹੜੀਆਂ ਸੱਤਾਵਾਂ ਜਾਂ ਜਿਹੜੇ ਕੰਮ ਹੋਣਗੇ ਉਹ ਸਾਡੇ ਭਲੇ ਲਈ ਹੋਣ, ਨਾ ਕਿ ਕਿਸੇ ਹੋਰ ਦੇ। ਮੇਰਾ ਮਤਲਬ ਤੁਸੀਂ ਸ਼ਾਇਦ ਸਮਝ ਰਹੇ ਹੋਵੋਗੇ ਕਿ 100 ਰੁਪਇਆ, 50 ਰੁਪਏ, 500 ਰੁਪਇਆ ਆਪਾਂ ਅਗਰ ਇੱਕ ਮਹੀਨੇ ਦਾ 1 ਕਰੋੜ ਬੰਦਾ ਕੱਢ ਰਿਹਾ ਹੈਗਾ ਤਾਂ ਸਾਲ ਦੇ ਵਿੱਚ ਆਪਾਂ 1200-1300 ਕਰੋੜ ਰੁਪਇਆ ਇਹੋ ਜਿਹਾ ਇਕੱਠਾ ਕਰ ਸਕਦੇ ਹਾਂ, ਜਿਹਦੇ ਨਾਲ ਕਿ ਆਪਾਂ ਬਹੁਤ ਸਾਰੇ ਧੰਦੇ, ਬਹੁਤ ਸਾਰੇ ਬਿਜ਼ਨਸ, ਬਹੁਤ ਸਾਰੇ ਭਲਾਈ ਦੇ ਕੰਮ ਆਪਣੇ ਲਈ ਕਰਾਂਗੇ, ਨਾ ਕਿ ਕਿਸੇ ਹੋਰ ਲਈ। ਤਾਂ ਸੁਸਾਇਟੀ ਦਾ ਕੰਮ ਕੀ ਹੈ? ਅਮੀਰ ਆਦਮੀਆਂ ਦੀਆਂ ਜਿਹੜੀਆਂ ਸੁਸਾਇਟੀਆਂ ਬਣਦੀਆਂ ਨੇ, ਉਹ ਸੁਸਾਇਟੀਆਂ ਕੰਮ ਕਰਦੀਆਂ ਨੇ ਅਮੀਰ ਨੂੰ ਹੋਰ ਅਮੀਰ ਕਰਨ ਦਾ। ਜਦੋਂ ਆਮ ਆਦਮੀ ਦੀ ਕੋਈ ਸੁਸਾਇਟੀ ਬਣੇਗੀ ਤਾਂ ਉਹ ਕੰਮ ਕਰੇਗੀ ਆਮ ਆਦਮੀ ਨੂੰ ਗੁਰਬਤ 'ਚੋਂ ਕੱਢਣ ਦਾ। ਹੁਣ ਗੱਲ, ਪੂੰਜੀਪਤੀ ਲੋਕ ਲੱਖਾਂ ਹੀ ਕਰੋੜਾਂ ਦੇ ਮਾਲਕ ਨੇ ਤੇ ਉਹਨਾਂ ਦੇ ਨਾਲ ਲੜਾਈ ਲੜਨਾ ਆਮ ਆਦਮੀ ਦੇ ਇਕੱਲੇ ਦੇ ਵੱਸ ਦੀ ਗੱਲ ਨਹੀਂ ਹੈ। ਉਹਨਾਂ ਦੇ ਨਾਲ ਲੜਾਈ ਲੜਨ ਲਈ ਸਾਡੀ ਵੀ ਤਿਜੋਰੀ ਹੋਣੀ ਚਾਹੀਦੀ ਹੈ। ਸਾਡੀ ਤਿਜੋਰੀ ਕਿਵੇਂ ਬਣੇਗੀ? ਬੜਾ ਆਸਾਨ ਹੈ ਦੋਸਤੋ, ਆਪਣੀ ਤਿਜੋਰੀ ਖੜੀ ਕਰਨਾ ਤੇ ਉਹ ਤਿਜੋਰੀ ਆਪਣੇ ਲਈ ਖੁੱਲ੍ਹੇ। ਉਸ ਤਿਜੋਰੀ ਨੂੰ ਯੂਜ਼ ਕਰਕੇ ਜਿਹੜੀਆਂ ਪਾਲਿਸੀਆਂ ਜਾਂ ਜੋ ਵੀ ਕੰਮ ਕੀਤੇ ਜਾਣ ਉਹ ਆਪਣੇ ਲਈ ਕੀਤੇ ਜਾਣ, ਇਹ ਵੀ ਜ਼ਰੂਰੀ ਹੈ। ਇਹ ਤਿਜੋਰੀ ਕਿਵੇਂ ਬਣੇਗੀ? ਫਰਜ਼ ਕਰੋ ਹਿੰਦੁਸਤਾਨ ਦੀ ਆਬਾਦੀ ਹੈਗੀ ਹੈ 100 ਕਰੋੜ ਤੇ 100 ਕਰੋੜ ਦਾ 1% ਬੰਦਾ ਇੱਕ ਸੁਸਾਇਟੀ 'ਚ ਇਕੱਠਾ ਹੁੰਦਾ ਹੈ, ਜੋ ਬਣਦਾ 1 ਕਰੋੜ। ਹੁਣ 1 ਕਰੋੜ ਬੰਦਾ ਅਗਰ ਹਰ ਮਹੀਨੇ ਆਪਣੀ ਪੋਕਟ 'ਚੋਂ 500 ਰੁਪਇਆ ਇੱਕ ਸਾਈਡ 'ਤੇ ਕੱਢ ਕੇ ਕਿਸੇ ਸੁਸਾਇਟੀ 'ਚ ਜਾਂ ਇੱਕ ਤਿਜੋਰੀ 'ਚ ਰੱਖ ਦਿੰਦਾ ਤਾਂ ਉਹ ਇੱਕ ਮਹੀਨੇ ਦਾ 500 ਕਰੋੜ ਦਾ ਫੰਡ ਇਕੱਠਾ ਹੁੰਦਾ ਤੇ ਇੱਕ ਸਾਲ ਦੇ ਵਿੱਚ 6000 ਕਰੋੜ ਦਾ ਇੱਕ ਇਹੋ ਜਿਹਾ ਫੰਡ ਤਿਆਰ ਹੋ ਜਾਂਦਾ, ਜਿਹਦੇ ਤੋਂ ਕਿ ਆਪਾਂ ਬਹੁਤ ਸਾਰੇ ਨੱਕੇ ਆਪਣੇ ਵੱਲ ਮੋੜ ਸਕਦੇ ਹਾਂ ਤੇ ਉਹਨੂੰ ਯੂਜ਼ ਕਰਕੇ ਜੋ ਅਸੀਂ ਕਾਰੋਬਾਰ ਕਰਾਂਗੇ ਜਾਂ
ਜੋ ਵੀ ਕੰਮ ਕੀਤੇ ਜਾਣਗੇ ਉਹ ਸਾਰਿਆਂ ਦਾ ਬੈਨੀਫਿਟ ਇਸ ਸੁਸਾਇਟੀ ਨੂੰ ਹੀ ਮਿਲੇਗਾ, ਨਾ ਕਿ ਬਾਹਰ ਜਾਏਗਾ। ਹੁਣ ਇਹ ਤਾਂ ਹੋਈ 1 ਸਾਲ ਦੀ ਗੱਲ। ਹੁਣ ਜੇ 10 ਸਾਲ 'ਚ ਇਹ ਹੋ ਜੇ ਤਾਂ ਆਪਾਂ ਕਿੱਡੇ ਕੁ ਵੱਡੇ ਹਿੰਦੁਸਤਾਨ ਦੇ ਜਾਂ ਵਰਲਡ ਦੇ ਪੂੰਜੀਪਤੀ ਨੂੰ ਨਹੀਂ ਹਰਾ ਸਕਦੇ, ਤੇ ਸੱਤਾਵਾਂ ਫਿਰ ਸਾਡੀ ਤਿਜੋਰੀ 'ਚੋਂ ਵੀ ਨਿਕਲ ਸਕਦੀਆਂ ਨੇ। ਸਾਡੀ ਕਮਿਊਨਿਟੀ ਪਾਵਰ ਦਾ ਇਸਤੇਮਾਲ ਸਰਕਾਰਾਂ ਅਲੱਗ-ਅਲੱਗ ਤਰੀਕੇ ਨਾਲ ਕਰਦੀਆਂ ਨੇ, ਜਾਂ ਪੂੰਜੀਪਤੀ ਅਲੱਗ-ਅਲੱਗ ਤਰੀਕੇ ਨਾਲ ਕਰਦੇ ਨੇ। ਸ਼ੇਅਰ ਬਾਜ਼ਾਰ ਕੀ ਹੈ? ਤੁਹਾਡੀ ਜੇਬ 'ਚੋਂ 500 1000 ਰੁਪਇਆ ਕੱਢ ਕੇ ਸ਼ੇਅਰ ਮਾਰਕੀਟ ਦੀ ਕੈਪੀਟਲ ਤਾਂ ਲੱਖਾਂ ਕਰੋੜ 'ਚ ਹੋ ਜਾਂਦੀ ਹੈ, ਪਰ ਜਿਹੜੇ ਉਹਦੇ ਇਨਵੈਸਟਰ ਨੇ, ਜੋ ਛੋਟਾ ਇਨਵੈਸਟਰ ਹੈ ਉਹ ਰੁਲਦਾ। ਇੱਕ ਐਗਜ਼ਾਮਪਲ ਇਹ ਹੈ, ਜਨ ਧਨ ਯੋਜਨਾ ਦੂਜਾ ਐਗਜ਼ਾਮਪਲ ਹੈ, ਰਾਮ ਮੰਦਰ ਤੀਜਾ ਐਗਜ਼ਾਮਪਲ ਹੈ, ਕੋਵਿਡ ਫੰਡ ਚੌਥਾ ਐਗਜ਼ਾਮਪਲ ਹੈ। ਤੁਹਾਨੂੰ ਕੀ ਮਿਲਦਾ? ਤੁਹਾਨੂੰ ਉਹ ਪੈਸਾ ਤੁਹਾਡੀ ਕਿੱਥੇ ਵੈਲਫੇਅਰ 'ਚ ਕੰਮ ਆਉਂਦਾ? ਅਗਰ ਆਪਾਂ ਇੱਕ ਵਾਰ ਇਕੱਠੇ ਹੋਈਏ ਤੇ ਆਪਣੀ ਸੁਸਾਇਟੀ ਨੂੰ ਅਕਾਊਂਟੇਬਲ ਰੱਖੀਏ ਕਿ ਆਪਾਂ ਇੱਕ ਦੂਜੇ ਲਈ ਅਕਾਊਂਟੇਬਲ ਹਾਂ, ਕਿਹੜਾ ਫੰਡ ਆ ਰਿਹਾ, ਕਿੱਥੇ ਜਾ ਰਿਹਾ, ਕਿੱਥੇ ਖਰਚਿਆ ਜਾ ਰਿਹਾ ਹੈਗਾ, ਇਹਦਾ ਪੂਰਾ ਹਿਸਾਬ ਕਿਤਾਬ ਕਰਕੇ ਤੇ ਇਸ ਫੰਡ ਨੂੰ ਅੱਛੀ ਤਰ੍ਹਾਂ ਯੂਜ਼ ਕਰੀਏ ਤਾਂ ਆਪਾਂ ਦੇਸ਼ ਦੀ, ਦੁਨੀਆ ਦੀ ਤਸਵੀਰ ਬਦਲ ਸਕਦੇ ਹਾਂ। ਹਿੰਦੁਸਤਾਨ ਦੇ ਲੋਕਾਂ 'ਚ ਬਹੁਤ ਪਾਵਰ ਹੈ ਮੇਰੇ ਦੋਸਤੋ। ਆਪਾਂ ਨੂੰ ਲੋੜ ਹੈ ਇਕੱਠੇ ਹੋਣ ਦੀ। ਜੇ ਆਪਾਂ ਇਕੱਠੇ ਹੋ ਜਾਵਾਂਗੇ ਤਾਂ ਬਚੇ ਰਵਾਂਗੇ, ਨਹੀਂ ਤਾਂ ਆਉਣ ਵਾਲੇ ਟਾਈਮ 'ਚ ਇਹ ਤਿਜੋਰੀ ਵਾਲੇ ਸਾਨੂੰ ਖਾ ਲੈਣਗੇ। ਸਾਡੀ ਜੇਬ 'ਚ ਵੀ ਪੈਸਾ ਨਹੀਂ ਬਚੇਗਾ, ਤਿਜੋਰੀਆਂ ਤਾਂ ਬਹੁਤ ਦੂਰ ਦੀ ਗੱਲ ਹੈ। ਅੱਜ ਦੇ ਹਾਲਾਤ ਤੁਸੀਂ ਦੇਖ ਹੀ ਰਹੇ ਹੋਵੋਗੇ, ਤੇ ਪਿਛਲੇ 4-5 ਸਾਲ ਦਾ ਅਗਰ ਤੁਸੀਂ ਸਿਚੁਏਸ਼ਨ ਦੇਖੋਗੇ ਤਾਂ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਆਉਣ ਵਾਲੇ ਟਾਈਮ 'ਚ ਤੁਹਾਡੇ ਨਾਲ ਹੋਣ ਕੀ ਵਾਲਾ। ਸੋ ਗੱਲ ਨੂੰ ਸਮਝੋ, ਜ਼ਿਆਦਾ ਤੋਂ ਜ਼ਿਆਦਾ ਸક્ષਮ ਭਾਰਤੀ ਵੈਲਫੇਅਰ ਸੁਸਾਇਟੀ ਦੇ ਨਾਲ ਜੁੜੋ। ਆਉਣ ਵਾਲੇ ਟਾਈਮ 'ਚ ਅਸੀਂ ਜੋ ਕੰਮ ਕਰਨ ਜਾ ਰਹੇ ਹਾਂ, ਸਾਡੇ ਕੋਲ ਪੂਰਾ ਰੋਡ ਮੈਪ ਹੈ। ਤੁਸੀਂ ਸਾਨੂੰ ਕਾਲ ਕਰਕੇ ਪੁੱਛ ਸਕਦੇ ਹੋ, ਜਾਂ ਕੋਈ ਸਾਡੀ ਮੀਟਿੰਗ ਆਪਣੇ ਏਰੀਆ ਦੇ ਵਿੱਚ ਅਰੇਂਜ ਕਰਾ ਸਕਦੇ ਹੋ, ਜਿੱਥੇ ਅਸੀਂ ਤੁਹਾਨੂੰ ਸਮਝਾਵਾਂਗੇ ਸੁਸਾਇਟੀ ਨਾਲ ਕਿਵੇਂ ਜੁੜਿਆ ਜਾਂਦਾ, ਉਹ ਵੀ ਤੁਹਾਨੂੰ ਆਉਣ ਵਾਲੇ ਟਾਈਮ 'ਚ ਅਸੀਂ ਦੱਸਾਂਗੇ। ਸੋ ਕੀਪ ਵਾਚਿੰਗ। ਸਾਡੇ ਚੈਨਲ ਨੂੰ ਵੀ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਤੇ ਇਹਨੂੰ ਸ਼ੇਅਰ ਕਰਨ ਦਾ ਵੀ ਉਪਰਾਲਾ ਕਰੋ, ਤਾਂ ਕਿ ਆਪਣੇ ਯਾਰਾਂ ਦੋਸਤਾਂ ਮਿੱਤਰਾਂ 'ਚ, ਰਿਸ਼ਤੇਦਾਰਾਂ 'ਚ ਇਹਨੂੰ ਸ਼ੇਅਰ ਕਰੋ, ਤਾਂ ਕਿ ਸਾਡੇ ਵਿਚਾਰ ਸਾਰੇ ਲੋਕਾਂ ਤੱਕ ਪਹੁੰਚ ਜਾਣ ਤੇ ਲੋਕ ਸੋਚਣ, ਤੇ ਐਟਲੀਸਟ ਅਸੀਂ 1% ਇਸ ਦੇਸ਼ ਦੀ ਪਾਪੂਲੇਸ਼ਨ ਨੂੰ ਆਪਣੇ ਨਾਲ ਜੋੜਨ 'ਚ ਕਾਮਯਾਬ ਹੋਈਏ, ਤੇ 50% ਦਾ ਭਲਾ ਕਰਨ 'ਚ ਕਾਮਯਾਬ ਹੋਈਏ। ਸਤਿ ਸ਼੍ਰੀ ਅਕਾਲ, ਜੈ ਹਿੰਦ।